ਪਿਆਰੇ ਕਿਸਾਨ ਵੀਰੋ, ਮੈਂ ਹਾਂ ਰਣਜੀਤ ਸਿੰਘ ਚੌਹਾਨ ਤੇ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਤੁਹਾਡੇ ਮਨਪਸੰਦ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦਾ ਸਿੱਧਾ ਪ੍ਰਸਾਰਣ। ਦੋਸਤੋ, ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਹੈ ਝੋਨੇ ਅਤੇ ਬਾਸਮਤੀ ਦੀਆਂ ਬਿਮਾਰੀਆਂ, ਇਹਨਾਂ ਦੀ ਰੋਕਥਾਮ। ਇਸ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਦੇ ਵਿੱਚ ਅਸੀਂ ਸੱਦਾ ਦਿੱਤਾ ਹੈ। ਮੇਰੇ ਨਾਲ ਬੈਠੇ ਨੇ ਡਾਕਟਰ ਚੰਦਰ ਮੋਹਨ ਜੀ, ਜਿਹੜੇ ਸੀਨੀਅਰ ਪ੍ਰਸਾਰ ਮਾਹਰ ਨੇ ਪਲਾਂਟ ਪੈਥੋਲੋਜੀ ਦੇ, ਅਤੇ ਇਹਨਾਂ ਦੇ ਕੋਲ ਹੁਣ ਇੱਕ ਹੋਰ ਚਾਰਜ ਆ ਗਿਆ ਹੈ ਵਧੀਕ ਨਿਰਦੇਸ਼ਕ ਕਮਿਊਨੀਕੇਸ਼ਨ PAU ਲੁਧਿਆਣਾ ਦਾ। ਸੋ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਝੋਨੇ ਅਤੇ ਬਾਸਮਤੀ ਦੀਆਂ ਬਿਮਾਰੀਆਂ ਕਿਹੜੀਆਂ ਲੱਗ ਰਹੀਆਂ ਨੇ, ਇਹਨਾਂ ਤੋਂ ਇਸ ਸੰਬੰਧੀ ਅਸੀਂ ਇਹਨਾਂ ਦੀ ਰੋਕਥਾਮ ਵੀ ਪੁੱਛਾਂਗੇ। ਕਿਸਾਨ ਵੀਰੋ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਫ਼ੋਨ ਨੰਬਰਾਂ ਦੇ ਰਾਹੀਂ। ਪਹਿਲਾਂ ਨੋਟ ਕਰ ਲਵੋ, ਫ਼ੋਨ ਨੰਬਰ 0181 ਜਲੰਧਰ ਦਾ ਕੋਡ ਹੈ ਅਤੇ ਫ਼ੋਨ ਨੰਬਰ ਹੈ 281 42 61 ਅਤੇ ਦੂਸਰਾ ਫ਼ੋਨ ਨੰਬਰ ਹੈ 281 42 64। ਸਾਨੂੰ ਤੁਹਾਡੀਆਂ ਫ਼ੋਨ ਕਾਲਸ ਦਾ ਇੰਤਜ਼ਾਰ ਰਹੂਗਾ। ਆਏ ਹੋਏ ਮਹਿਮਾਨਾਂ ਤੋਂ ਜਾਣਕਾਰੀ ਲੈਣੀ ਸ਼ੁਰੂ ਕਰਦੇ ਹਾਂ। ਡਾਕਟਰ ਚੰਦਰ ਮੋਹਨ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਹਾਂਜੀ, ਪੰਜਾਬ ਦੇ ਵਿੱਚ ਜੇ ਅਸੀਂ ਸਭ ਤੋਂ ਵੱਧ ਰਕਬਾ ਦੇਖੀਏ ਤਾਂ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਹੇਠ ਹੈ। ਹਾਂਜੀ ਹਾਂਜੀ। ਸੋ ਇਹੀ ਇੱਕ ਫਸਲ ਹੈ ਜਿਹਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ। ਬਿਲਕੁਲ ਜੀ, ਝੋਨਾ ਤੇ ਬਾਸਮਤੀ। ਸੋ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਮੁੱਖ ਬਿਮਾਰੀਆਂ ਦੀ, ਕਿਹੜੀਆਂ ਇਸ ਫਸਲ ਨੂੰ, ਝੋਨੇ ਨੂੰ ਪਹਿਲਾਂ ਜੇ ਅਸੀਂ ਗੱਲ ਕਰੀਏ ਕਿਹੜੀਆਂ ਲੱਗਦੀਆਂ ਨੇ? ਠੀਕ ਹੈ ਜੀ, ਪਹਿਲਾਂ ਇਹਨਾਂ ਦੇ ਬਾਰੇ ਸਾਨੂੰ ਮੋਟਾ ਦੱਸ ਦਿਓ, ਅਸੀਂ ਵਿਸਥਾਰ ਨਾਲ ਤੁਹਾਡੇ ਤੋਂ ਕੱਲੀ ਬਿਮਾਰੀ ਬਾਰੇ ਪੁੱਛਾਂਗੇ। ਹਾਂ ਠੀਕ ਹੈ ਚੌਹਾਨ ਸਾਹਿਬ, ਦੇਖੋ ਇਹਦੇ ਵਿੱਚ ਜਿਹੜੀ ਝੋਨੇ ਦੇ ਵਿੱਚ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ, ਪਹਿਲਾਂ ਤਾਂ ਇਸ ਨੂੰ ਝੁਲਸ ਰੋਗ ਲੱਗਦਾ ਜੀ, ਤੇ ਉਸ ਤੋਂ ਇਲਾਵਾ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਜਿਹਨੂੰ ਆਮ ਤੌਰ ਤੇ ਮੇਰੇ ਕਿਸਾਨ ਵੀਰ ਸ਼ੀਥ ਬਲਾਈਟ ਕਹਿੰਦੇ ਨੇ ਜੀ। ਸ਼ੀਥ ਬਲਾਈਟ ਦੇ ਨਾਂ ਨਾਲ ਇਹ ਕਾਫੀ ਪ੍ਰਚਲਿਤ ਆ ਕਿਸਾਨ ਵੀਰਾਂ ਦੇ ਵਿੱਚ। ਤੇ ਇੱਕ ਰੋਗ ਲੱਗਦਾ, ਇਹਨੂੰ ਚੌਹਾਨ ਸਾਹਿਬ ਹਲਦੀ ਰੋਗ ਕਹਿ ਦਿੰਦੇ ਆ ਕਿਸਾਨ ਵੀਰ। ਉਹ ਹਲਦੀ ਰੋਗ, ਜਾਂ ਇਹਨੂੰ ਅਸੀਂ ਆਪਣੀ ਟੈਕਨੀਕਲ ਲੈਂਗੁਏਜ 'ਚ ਫਾਲਜ਼ ਸਮਟ ਅੰਗਰੇਜ਼ੀ ਦੇ ਵਿੱਚ, ਤੇ ਪੰਜਾਬੀ 'ਚ ਅਸੀਂ ਇਹਨੂੰ ਝੂਠੀ ਕਾਂਗਿਆਰੀ ਵੀ ਕਹਿ ਦਿੰਦੇ ਜੀ। ਹਾਂਜੀ। ਤੇ ਇਸ ਤੋਂ ਇਲਾਵਾ ਭੂਰੇ ਧੱਬਿਆਂ ਦਾ ਰੋਗ ਵੀ ਇਸ ਫਸਲ ਤੇ ਬਹੁਤ ਹੱਲਾ ਕਰਦਾ ਜੀ। ਔਰ ਇੱਕ ਹੈ ਕਰਨਲ ਬੰਟ ਜੀ, ਉਹ ਵੀ ਇਸ ਫਸਲ ਤੇ ਕਾਫੀ ਹੱਲਾ ਕਰ ਦਿੰਦੀ ਹੈ। ਮੁੱਖ ਤੌਰ ਤੇ ਜ਼ਿਆਦਾਤਰ ਜਿਹੜੀਆਂ ਉੱਲੀ ਦੀਆਂ ਬਿਮਾਰੀਆਂ ਉਹ ਝੋਨੇ ਨੂੰ ਲੱਗਦੀਆਂ ਨੇ। ਤੇ ਜਿਹੜਾ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਝੁਲਸ ਰੋਗ ਹੈ, ਉਹ ਜੀਵਾਣੂ ਰੋਗ ਹੈ ਜੀ। ਹਾਂਜੀ, ਉਹ ਜੀਵਾਣੂ ਰੋਗ। ਸੋ ਡਾਕਟਰ ਸਾਹਿਬ, 3-4 ਬਿਮਾਰੀਆਂ ਤੁਸੀਂ ਦੱਸੀਆਂ ਜਿਨ੍ਹਾਂ ਦੇ ਨਾਲ ਝੋਨੇ ਦੀ ਫਸਲ ਆ ਜਿਹੜੀ ਉਹ ਤਬਾਹ ਹੋ ਜਾਂਦੀ ਹੈ ਜੇ ਅਸੀਂ ਇਹਦੀ ਰੋਕਥਾਮ ਮੌਕੇ ਤੇ ਨਾ ਕਰੀਏ। ਹਾਂਜੀ। ਸੋ ਸਭ ਤੋਂ ਪਹਿਲਾਂ ਜੇ ਅਸੀਂ ਝੁਲਸ ਰੋਗ ਦੀ ਗੱਲ ਕਰੀਏ, ਸੋ ਵਿਸਥਾਰ ਨਾਲ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਕਿਵੇਂ ਲੱਗਦਾ ਇਹ, ਕੀ ਇਹਦੀਆਂ ਨਿਸ਼ਾਨੀਆਂ ਨੇ ਤੇ ਅਸੀਂ ਇਹਦੀ ਰੋਕਥਾਮ ਕਿਵੇਂ ਕਰਨੀ ਹੈ। ਠੀਕ ਹੈ ਜੀ, ਜਿਹੜਾ ਇਹ ਝੁਲਸ ਰੋਗ ਦੀ ਤੁਸੀਂ ਗੱਲ ਕਰ ਰਹੇ ਹੋ ਆਪਣੇ ਚੌਹਾਨ ਸਾਹਿਬ, ਇਹ ਜੀਵਾਣੂ ਰੋਗ ਹੈ ਔਰ ਇਹ ਬੀਜ ਰਾਹੀਂ ਜਾਂਦਾ ਜੀ। ਇਹ ਅਸੀਂ ਹੁਣ ਆਪਣੇ ਉੱਥੇ ਲੈਬੋਰਟਰੀਆਂ ਦੇ ਵਿੱਚ ਪ੍ਰਯੋਗ ਕਰਕੇ ਇਹ ਸਿੱਧ ਕਰ ਰਿਹਾ ਕਿ ਬੀ ਰਾਹੀਂ ਇਹ ਬਿਮਾਰੀ ਜਾਂਦੀ ਹੈ। ਔਰ ਇਸ ਬਿਮਾਰੀ ਦੇ ਨਾਲ ਪੱਤਿਆਂ ਦੇ ਉੱਤੇ ਆਲੇ ਦੁਆਲੇ ਜਿਹੜੀ ਹੈ ਕਿਨਾਰਿਆਂ ਤੋਂ ਪੱਤਿਆਂ ਦੇ ਟਿਪ ਤੋਂ ਹਰੀਆਂ ਪੀਲੀਆਂ ਧਾਰੀਆਂ ਪੈ ਜਾਂਦੀਆਂ, ਲੰਬੀਆਂ, ਉਹ ਹੇਠਾਂ ਨੂੰ ਵਧਦੀਆਂ ਤੇ ਵਿੱਚ ਨੂੰ ਵਧਦੀਆਂ ਜਾਂਦੀਆਂ ਜੀ। ਸੋ ਇਹਦੇ ਨਾਲ ਪੱਤਾ ਨੋਕ ਤੋਂ ਸੁੱਕਣਾ ਸ਼ੁਰੂ ਹੋ ਜਾਂਦਾ ਔਰ ਇਸ ਦਾ ਨੁਕਸਾਨ ਵੀ ਬਹੁਤ ਹੁੰਦਾ। ਹੁਣ ਇਸ ਬਿਮਾਰੀ ਦਾ ਹੱਲਾ ਜਿਹੜਾ ਹੈ ਆਮ ਤੌਰ ਤੇ ਬਹੁਤ ਘਟ ਗਿਆ, ਕਿਉਂਕਿ ਜਿੰਨੀਆਂ ਵੀ ਅਸੀਂ ਕਿਸਮਾਂ ਆਪਣੇ ਕਿਸਾਨ ਵੀਰਾਂ ਨੂੰ ਦਿੱਤੀਆਂ, ਜੇ ਆਪਾਂ ਜ਼ਿਕਰ ਕਰੀਏ PR 121, PR 122, PR 123, PR 116, 18 ਔਰ ਜਾਂ 115, ਇਹਨਾਂ ਸਾਰੀਆਂ ਕਿਸਮਾਂ ਦੇ ਉੱਤੇ ਜਿਹੜੀਆਂ ਅਸੀਂ ਦੇਖਿਆ ਕਿ ਇਸ ਜੀਵਾਣੂ ਦੀਆਂ 10 ਕਿਸਮਾਂ ਨੇ ਜੀ। ਔਰ ਇਹ ਜਿਹੜੀਆਂ ਕਿਸਮਾਂ ਅਸੀਂ ਕਿਸਾਨ ਵੀਰਾਂ ਨੂੰ ਵਿਕਸਿਤ ਕਰਕੇ ਦਿੱਤੀਆਂ, ਨਵੀਆਂ ਕਿਸਮਾਂ, ਔਰ ਇਸ ਜੀਵਾਣੂ ਦੀਆਂ 10 ਕਿਸਮਾਂ ਇਹਨਾਂ ਵੈਰਾਈਟੀਆਂ ਤੇ ਨਹੀਂ ਆਉਂਦੀਆਂ ਜੀ। ਸੋ ਇਹਨਾਂ ਵੈਰਾਈਟੀਆਂ ਦੇ ਵਿੱਚ ਇਹਨਾਂ ਜੀਵਾਣੂਆਂ ਦਾ ਟਾਕਰਾ ਕਰਨ ਦੀ ਖਮਤਾ ਵਾ ਜੀ। ਸੋ ਇਸ ਕਰਕੇ ਇਹ ਜਿਹੜਾ ਜੀਵਾਣੂ ਦਾ ਰੋਗ ਹੈ, ਜਿਹਨੂੰ ਅਸੀਂ ਝੁਲਸ ਰੋਗ ਕਹਿ ਦਿੰਦੇ ਹਾਂ, ਉਹ ਕਿਸਾਨ ਵੀਰਾਂ ਦੇ ਵਿੱਚ, ਖੇਤਾਂ ਦੇ ਵਿੱਚ ਹੁਣ ਅੱਜ ਕੱਲ੍ਹ ਬਹੁਤ ਘੱਟ ਪਾਇਆ ਜਾਂਦਾ ਹੈ। ਹਾਂ, ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਉਹਨੂੰ ਵੀ ਝੁਲਸ ਰੋਗ ਹੀ ਆਪਾਂ ਕਹਿ ਦਿੰਦੇ ਹਾਂ। ਦੂਸਰੇ ਨੂੰ ਜਿਹੜਾ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਜੀ, ਉਹਨੂੰ ਵੀ ਅਸੀਂ ਝੁਲਸ ਰੋਗ ਹੀ ਕਹਿ ਦਿੰਦੇ ਹਾਂ। ਸੋ ਕਿਸਾਨ ਲਈ ਤਾਂ ਉਹ ਵੀ ਝੁਲਸ ਰੋਗ ਹੀ ਹੈ, ਕਿਸਾਨ ਵੀਰੋ ਤੁਹਾਡੇ ਲਈ ਤਾਂ ਇਹ ਵੀ ਝੁਲਸ ਰੋਗ ਹੈ। ਤੇ ਉਹ ਜਿਹੜਾ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਹੈ, ਉਹ ਹੈਗਾ ਉੱਲੀ ਦਾ ਰੋਗ ਜੀ। ਸੋ ਇਸ ਉੱਲੀ ਦੇ ਰੋਗ ਦੀਆਂ ਨਿਸ਼ਾਨੀਆਂ ਮੋਟੇ ਦੇ ਤੌਰ ਦੇ ਉੱਤੇ ਜਿਹੜੀਆਂ ਆਪਾਂ ਕਿਸਾਨ ਵੀਰ ਬੜੇ ਛੇਤੀ ਹੀ ਪਹਿਚਾਨ ਸਕਦੇ ਆ ਖੇਤ ਵਿੱਚ, ਕਿ ਜਦੋਂ ਬੂਟਾ ਝਾੜ ਮਾਰ ਲੈਂਦਾ ਔਰ ਉਸ ਤੋਂ ਬਾਅਦ ਇਸਨੇ ਵਧਣਾ ਫੁੱਲਣਾ ਸ਼ੁਰੂ ਹੋਣਾ, ਤੇ ਕਰੀਬ ਜਦੋਂ ਨਿਸਰਨ ਨਸਾਰੇ ਤੇ ਆਉਂਦਾ
ਜਿਸ ਤਰ੍ਹਾਂ ਅੱਜ ਕੱਲ ਕਹਿ ਲਓ, ਅੱਜ ਕੱਲ ਜਿਹੜੀ ਹੈ ਜਾੜ ਮਾਰਨ ਤੋਂ ਬਾਅਦ ਇਸ ਬਿਮਾਰੀ ਦਾ ਹੱਲਾ ਹੋਣ ਦਾ ਖਦਸ਼ਾ ਵੱਧ ਜਾਂਦਾ। ਜੀ ਹਾਂਜੀ, ਇਹ ਉੱਲੀ ਦਾ ਰੋਗ ਹੈ। ਬਿਲਕੁਲ ਡਾਕਟਰ ਸਾਹਿਬ, ਜੀਵਾਣੂ ਤੋਂ ਵੀ ਝੁਲਸ ਰੋਗ ਆ ਜਿਹੜਾ ਉਹ ਹਾਂਜੀ ਪੈਦਾ ਹੁੰਦਾ ਆ, ਤੇ ਤੁਸੀਂ ਦੱਸਿਆ ਕਿ ਇਹ ਉੱਲੀ ਦਾ ਰੋਗ ਵੀ ਹੈ ਇੱਕ, ਹਾਂਜੀ ਬਿਲਕੁਲ, ਜਿਹਨੂੰ ਅਸੀਂ ਸ਼ੀਥ ਵਲਾਈਟ ਕਹਿੰਦੇ ਆ। ਹਾਂਜੀ, ਸੋ ਹਾਂਜੀ। ਦੋਵੇਂ ਅਲੱਗ-ਅਲੱਗ ਤਰ੍ਹਾਂ ਨਾਲ ਇਹ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਹਾਂਜੀ ਹਾਂਜੀ ਬਹੁਤ ਸਾਰੀਆਂ ਕਿਸਮਾਂ ਨੇ ਜਿਨ੍ਹਾਂ ਦੇ ਉੱਤੇ ਇਹ ਝੁਲਸ ਰੋਗ ਆ ਜਿਹੜਾ ਬੀਜ ਰਾਹੀਂ ਲੱਗਦਾ, ਉਹ ਨਹੀਂ ਲੱਗਦਾ। ਹਾਂਜੀ ਹਾਂਜੀ ਸਾਨੂੰ ਉਹ ਬੀਜਣੀਆਂ ਚਾਹੀਦੀਆਂ। ਸੋ ਡਾਕਟਰ ਸਾਹਿਬ ਜੀ, ਅਸੀਂ ਗੱਲ ਕਰੀਏ ਫਿਰ ਇਹਦੀ ਰੋਕਥਾਮ ਦੀ, ਜੇ ਆ ਜਾਂਦੀ ਆ ਤਾਂ ਖੇਤ ਦੇ ਵਿੱਚ, ਜਾਂ ਅਸੀਂ ਪ੍ਰੀ ਪਲਾਨ ਕੀ ਕਰ ਸਕਦੇ ਹਾਂ? ਹਾਂ, ਦੇਖੋ ਚੌਹਾਨ ਸਾਹਿਬ, ਇਸ ਤਰ੍ਹਾਂ ਜਿਹੜਾ ਇਹ ਮੈਂ ਜ਼ਿਕਰ ਕਰ ਰਿਹਾ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਜੀ, ਇਹ ਜਿਹੜੀ ਉੱਲੀ ਦੀ ਬਿਮਾਰੀ ਹੈ, ਇਹ ਪਹਿਲਾਂ ਤਾਂ ਤਣੇ ਤੇ ਪੈਣੀ ਸ਼ੁਰੂ ਹੋ ਜਾਂਦੀ ਹੈ ਜਿੱਥੋਂ ਪਾਣੀ ਦੀ ਸਤਹ ਦੇ ਉੱਤੇ ਜਿਹੜਾ ਤਣਾ ਨਾ, ਉੱਥੋਂ ਸ਼ੁਰੂ ਹੋ ਜਾਂਦੀ ਹੈ ਇਹਦੀ ਸਿੰਪਟਮਸ ਜਿਹਨੂੰ ਕਹਿ ਲਓ ਜਾਂ ਨਿਸ਼ਾਨੀਆਂ। ਜੀ, ਤੇ ਇਦਾਂ ਲੱਗਦਾ ਜਿਵੇਂ ਕੌਡੀਆਂ ਵਾਲਾ ਸੱਪ ਵਾਂਗ ਉਦਾਂ ਦੀਆਂ ਨਿਸ਼ਾਨੀਆਂ ਤਣੇ ਤੇ ਪੈ ਗੋਲ ਗੋਲ ਧੱਬੇ, ਹਾਂਜੀ ਹਾਂਜੀ, ਇਕੱਠੇ ਹੋਈ ਜਾਂਦੇ, ਸਲੇਟੀ ਹਰੇ ਰੰਗ ਦੇ, ਸਲੇਟੀ ਤੋਂ ਹਲਕੇ ਭੂਰੇ ਰੰਗ ਦੇ, ਔਰ ਕਿਨਾਰੇ ਇਹਦੇ ਜਾਮਨੀ ਰੰਗ ਦੇ ਹੁੰਦੇ ਆ। ਜੀ ਜੀ, ਔਰ ਇਹ ਹੌਲੀ ਹੌਲੀ ਥੱਲਿਓਂ ਤੋਂ ਉੱਪਰ ਵੱਧਦੀ ਜਾਂਦੀ ਹੈ। ਜੀ ਡਾਕਟਰ ਸਾਹਿਬ, ਆਪਾਂ ਇਹ ਰੋਕਥਾਮ ਆ ਜਿਹੜੀ ਇਹਦੀ ਆਪਾਂ ਕਿਸਾਨ ਵੀਰਾਂ ਨੂੰ ਬਾਅਦ ਦੇ ਵਿੱਚ ਦੱਸਾਂਗੇ। ਹਾਂਜੀ ਹਾਂਜੀ, ਇੱਕ ਫੋਨ ਕਾਲਰ ਆਪਣੇ ਨਾਲ ਜੁੜ ਗਏ ਨੇ। ਹਾਂ ਜ਼ਰੂਰ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਜੀ ਜੀ, ਢਿੱਲੋਂ ਸਾਹਿਬ, ਨਿਸ਼ਾਨੀਆਂ ਕੀ ਨਜ਼ਰ ਆ ਰਹੀਆਂ? ਨਿਸ਼ਾਨੀਆਂ ਕੀ ਨਜ਼ਰ ਆ? ਜੀ, ਹੋਰ? ਠੀਕ ਹੈ ਜੀ। ਜੀ ਬਿਲਕੁਲ ਢਿੱਲੋਂ ਸਾਹਿਬ, ਤੁਹਾਡਾ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਨੂੰ ਯਾਦ ਕੀਤਾ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਇਸ ਤਰ੍ਹਾਂ ਜਿਹੜੀਆਂ ਇਹ ਧੱਬੇ ਪੈ ਕੇ ਸੁੱਕ ਰਹੇ ਬੂਟੇ, ਕਿਉਂਕਿ ਇਹ ਬਿਮਾਰੀ ਉਤਾਂਹ ਨੂੰ ਵੀ ਵੱਧ ਜਾਂਦੀ ਹੈ। ਜੀ ਬਿਲਕੁਲ। ਸੋ ਇਹਦੇ ਰੋਕਥਾਮ ਲਈ ਇੱਕ ਤਾਂ ਸਾਡੇ ਨਾਲ ਪਹਿਲੀ ਗੁਜ਼ਾਰਿਸ਼ ਆ ਮੇਰੇ ਕਿਸਾਨ ਵੀਰਾਂ ਨਾਲ ਕਿ ਖੇਤਾਂ ਦੇ ਬੰਨਿਆਂ ਨੂੰ ਸਾਫ਼ ਰੱਖਿਆ ਕਰੋ। ਜੀ, ਕਿਉਂਕਿ ਸਾਰਾ ਸਾਲ ਇਹ ਫਸਲ ਦੇ ਮਿੱਟੀ ਦੇ ਵਿੱਚ ਬਿਮਾਰੀ ਪਈ ਰਹਿੰਦੀ ਹੈ, ਔਰ ਜਾਂ ਖੇਤਾਂ ਦੇ ਆਲੇ ਦੁਆਲੇ ਜਿਹੜੇ ਬੰਨੇ ਹੁੰਦੇ ਆ ਉਹਨਾਂ 'ਚ ਨਦੀਨਾਂ ਦੇ ਉੱਤੇ ਸਾਰਾ ਸਾਲ ਰਹਿੰਦੀ ਹੈ ਬਿਮਾਰੀ। ਜੀ, ਉੱਥੋਂ ਹੀ ਇਹ ਬਿਮਾਰੀ ਸਾਡੇ ਖੇਤਾਂ ਦੇ ਵਿੱਚ ਵੜ ਜਾਂਦੀ ਹੈ। ਸੋ ਇਸ ਨੂੰ ਕਾਬੂ ਕਰਨ ਲਈ ਅਸੀਂ ਪਹਿਲਾਂ ਕਹਿੰਦੇ ਆ ਕਿ ਤੁਸੀਂ, ਕਿਉਂਕਿ ਅੱਜ ਕੱਲ੍ਹ ਆਪਾਂ ਇਹ ਕਹਿ ਰਹੇ ਹਾਂ ਕਿ ਜਿਹੜੀ ਦਵਾਈਆਂ ਦੀ, ਜ਼ਹਿਰਾਂ ਦੀ ਜਿਹੜੀ ਹੈ ਆਪਾਂ ਵਰਤੋਂ ਘੱਟ ਕਰਨੀ ਹੈ, ਤੇ ਕਿਉਂ ਨਾ ਆਪਾਂ ਖੇਤਾਂ ਦੇ ਬੰਨੇ ਸਾਫ਼ ਰੱਖੀਏ। ਔਰ ਇਸ ਨੂੰ ਕਾਬੂ ਕਰਨ ਲਈ ਹੁਣ ਵੇਲਾ ਹੈ ਕਿ ਆਪਾਂ ਵੇਖੀਏ ਕਿ ਅਸੀਂ ਇਹਦੇ ਤੇ ਕਾਬੂ ਕਰਨ ਲਈ ਇੱਕ ਟਿਲਟ 25 EC ਦਵਾਈ ਹੈ, ਜਾਂ ਜਿਹਨੂੰ ਅਸੀਂ ਉੱਲੀ ਨਾਸ਼ਕ ਹੈ, ਉਸ ਨੂੰ ਸਪਰੇਅ ਕਰ ਸਕਦੇ ਹਾਂ, ਜਾਂ ਫੋਲੀਕਰ ਲੈ ਸਕਦੇ ਹਾਂ। ਔਰ ਇੱਕ ਹੁਣ ਐਤਕੀ ਪਿਛਲੇ ਸਾਲ ਅਸੀਂ ਲਸਟਰ ਦਵਾਈ ਦੀ ਨਵੀਂ ਸਿਫਾਰਿਸ਼ ਕੀਤੀ ਹੈ। ਜੇ ਅਸੀਂ ਲਸਟਰ ਲਵਾਂਗੇ ਤਾਂ 320 ਮਿਲੀਲੀਟਰ, ਜੀ, ਟਿਲਟ ਲਵਾਂਗੇ 200 ਮਿਲੀਲੀਟਰ, ਜੀ ਜੀ, ਜੇ ਫੋਲੀਕਰ ਵੀ ਲੈਣੀ ਆ ਉਹ ਵੀ 200 ਮਿਲੀਲੀਟਰ, ਜੀ, 200 ਲੀਟਰ ਪਾਣੀ ਦੇ ਵਿੱਚ ਪਾ ਕੇ ਅਸੀਂ ਚੰਗੀ ਤਰ੍ਹਾਂ ਛਿੜਕਾਅ ਕਰ ਦੇਣਾ। ਚੰਗੀ ਤਰ੍ਹਾਂ ਛਿੜਕਾਅ, ਮੇਰਾ ਕਹਿਣ ਦਾ ਭਾਵ ਆ ਛਿੜਕਾਅ ਕਰਨ ਦੀ ਵਿਧੀ ਉਹ ਬਹੁਤ ਮਹੱਤਵਪੂਰਨ ਹੈ। ਬਿਲਕੁਲ ਡਾਕਟਰ ਸਾਹਿਬ, ਕਈ ਕਿਸਾਨ ਵੀਰ 2-3 ਪੰਪ ਲਗਾ ਕੇ ਹੀ ਕਹਿੰਦੇ ਅਸੀਂ ਸਪਰੇਅ ਕਰਤੀ, ਪਰ ਉਹਨੂੰ ਸਪਰੇਅ ਨਹੀਂ ਕਿਹਾ ਜਾ ਸਕਦਾ। ਬਿਲਕੁਲ ਠੀਕ ਹੈ ਚੌਹਾਨ ਸਾਹਿਬ, ਭਿੱਜਣੇ ਚਾਹੀਦੇ। ਦੇਖੋ ਚੰਗੀ ਤਰ੍ਹਾਂ ਜੇ ਆਪਾਂ ਛਿੜਕਾਅ ਨਹੀਂ ਕਰਦੇ, ਚੰਗੀ ਤਰ੍ਹਾਂ ਪੂਰੀ ਦਵਾਈ ਨਹੀਂ ਲਾਉਂਦੇ, ਔਰ ਚੰਗੀ ਤਰ੍ਹਾਂ ਪੂਰੀ ਮਿਕਦਾਰ ਦੇ ਵਿੱਚ ਪਾਣੀ ਨਹੀਂ ਲਗਾਉਂਦੇ, ਸੋ ਉਹ ਬਹੁਤ ਇੰਪੋਰਟੈਂਟ ਹੈ। ਔਰ ਇਹਦੇ ਲਈ ਸਾਨੂੰ ਨੋਜ਼ਲ ਵੀ, ਬਿਲਕੁਲ ਜਿਹੜੀਆਂ ਉੱਲੀ ਨਾਸ਼ਕ ਦਵਾਈਆਂ, ਉਹਨਾਂ ਲਈ ਸਾਨੂੰ ਨੋਜ਼ਲ ਵੀ ਜਿਹੜੀ ਆ ਉਹ ਕੋਨ ਵਾਲੀ ਵਰਤਣੀ ਪਏਗੀ। ਬਿਲਕੁਲ ਜੀ। ਸੋ ਉਹ ਜਿਹੜੀ ਛਿੜਕਾਅ ਦਾ ਸਾਨੂੰ ਡਾਇਰੈਕਸ਼ਨ ਵੀ ਆ ਉਹ ਮੁੱਢਾਂ ਵੱਲ ਕਰਨਾ ਪਏਗਾ, ਤਾਂ ਕਿ ਉਹ ਉੱਥੇ ਹੀ ਪਵੇ, ਤਾਂ ਜੋ ਇਹਦੀ ਦਵਾਈ ਦਾ ਜਿਹੜਾ ਅਸਰ ਆ ਉਹ ਚੰਗੀ ਤਰ੍ਹਾਂ ਹੋ ਜਾਏ। ਤਾਂ ਇੱਕ ਛਿੜਕਾਅ ਫਿਰ ਅਸੀਂ 15 ਦਿਨਾਂ ਤੋਂ ਬਾਅਦ ਫੇਰ ਕਰ ਦੇਣਾ ਇਹਨਾਂ ਦਾ ਹੀ, ਚਾਹੇ ਟਿਲਟ ਦਾ ਕਰ ਲਓ, ਚਾਹੇ ਫੋਲੀਕਰ ਦਾ ਕਰ ਲਓ, ਚਾਹੇ ਲਸਟਰ ਦਾ ਕਰ ਲਓ। ਜੇ ਲਸਟਰ ਲੈਣੀ ਹੈ ਤਾਂ 320 ਮਿਲੀਲੀਟਰ, ਤੇ ਦੂਸਰੀਆਂ ਜਿਹੜੀਆਂ ਹੈ ਮੈਂ ਦੱਸੀਆਂ ਟਿਲਟ ਤੇ ਫੋਲੀਕਰ 200 ਮਿਲੀਲੀਟਰ। ਕਹਿਣ ਦਾ ਭਾਵ ਇਹ ਹੈ ਕਿ ਡਾਕਟਰ ਸਾਹਿਬ ਵੀ ਇੱਕ ਸਪਰੇਅ ਨਾਲ ਨਹੀਂ ਸਰਨਾ। ਨਹੀਂ ਜੀ, ਜੇ ਸਾਨੂੰ 15 ਦਿਨ ਬਾਅਦ ਇੱਕ ਸਪਰੇਅ ਹੋਰ ਇਸੇ ਦਵਾਈ ਦੀ ਜਾਂ ਇਸ ਤੋਂ ਬਾਅਦ ਬਦਲ ਕੇ ਕਰ ਲਈਏ ਤਾਂ ਵੀ ਚੰਗਾ। ਹਾਂ ਦੇਖੋ, ਬਦਲ ਕੇ ਜੇ ਆਪਾਂ ਅਦਲਾ ਬਦਲਾ ਕਰ ਲਾਂਗੇ ਦਵਾਈਆਂ ਦਾ ਜਾਂ ਜਿਹੜੀਆਂ ਜ਼ਹਿਰਾਂ ਦਾ, ਅਸੀਂ ਕਹਿੰਦੇ ਆ ਖੇਤੀ ਰਸਾਇਣ ਵੀ ਕਹਿ ਸਕਦੇ ਹਾਂ ਇਹਨਾਂ ਨੂੰ ਅਸੀਂ। ਜੀ ਜੀ। ਸੋ ਜੇ ਅਸੀਂ ਇਹਨਾਂ ਦੀ ਅਦਲਾ ਬਦਲੀ ਕਰ ਲਈਏ ਤਾਂ ਬਹੁਤ ਚੰਗਾ ਰਹਿੰਦਾ, ਕਿਉਂਕਿ ਉੱਲੀ ਦੇ ਵਿੱਚ ਉਸ ਪ੍ਰਤੀ ਸਹਿਣ ਸ਼ਕਤੀ ਨਹੀਂ ਬਣਦੀ ਫਿਰ। ਜੀ। ਸੋ ਇਹ ਕਿਸਾਨ ਵੀਰ ਜ਼ਰੂਰ ਖਿਆਲ ਰੱਖਣ ਕਿ ਦਵਾਈਆਂ ਜਾਂ ਇਹਨਾਂ ਉੱਲੀ ਨਾਸ਼ਕ ਦਵਾਈਆਂ ਦਾ ਅਦਲਾ ਬਦਲੀ ਕਰਕੇ ਛਿੜਕਾਅ ਜ਼ਰੂਰ ਕਰਿਆ ਕਰਨ। ਬਿਲਕੁਲ ਡਾਕਟਰ ਸਾਹਿਬ, ਦੋ ਬਿਮਾਰੀਆਂ ਨੂੰ ਅਸੀਂ ਚੰਗੀ ਤਰ੍ਹਾਂ ਛੋਹ ਲਿਆ ਆ ਕਿ ਜੇ ਇਸ ਵੇਲੇ ਬਿਮਾਰੀ ਆਉਂਦੀ ਹੈ ਤਾਂ ਅਸੀਂ ਇਹਨਾਂ ਦਵਾਈਆਂ ਦੀ ਸਪਰੇਅ ਕਰ ਸਕਦੇ ਹਾਂ। ਅਸੀਂ ਇੱਕ ਝੁਲਸ ਰੋਗ, ਇੱਕ
ਸ਼ੀਥ ਬਲਾਈਟ ਜਿਹਨੂੰ ਅਸੀਂ ਤਣੇ ਦੁਆਲੇ ਪੱਤਿਆਂ ਦਾ ਝੁਲਸ ਰੋਗ ਆ ਜਿਹੜਾ, ਇਹਦੇ ਬਾਰੇ ਅਸੀਂ ਵਿਸਤਾਰ ਨਾਲ ਗੱਲ ਕੀਤੀ ਹੈ। ਅਗਲੀ ਬਿਮਾਰੀ ਹੈ ਝੂਠੀ ਕਾਂਗੈਰੀ। ਇਸ ਤੋਂ ਪਹਿਲਾਂ ਆਪਾਂ ਲੈ ਲਈਏ ਇੱਕ ਫੋਨ ਕਾਲ। ਬਿਲਕੁਲ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੀ ਤੁਸੀਂ ਕਿੱਥੋਂ ਬੋਲ ਰਹੇ ਹੋ ਜੀ? ਮੈਂ ਜੀ ਨਿਸ਼ਾਨ ਸਿੰਘ ਬੋਲਦਾ, ਪਿੰਡ ਕੋਲਪੁਰ ਤੋਂ ਜੀ। ਨਿਸ਼ਾਨ ਸਿੰਘ ਜੀ, ਤੁਸੀਂ ਤੁਹਾਡਾ ਸਵਾਲ ਬਿਲਕੁਲ ਵਾਜਬ ਆ, ਕਿਉਂਕਿ ਝੋਨੇ ਦੇ ਉੱਤੇ ਹੁਣ ਪੱਤਾ ਲਪੇਟ ਸੁੰਡੀ ਆ ਜਿਹੜੀ ਉਹ ਲੱਗਣੀ ਆ। ਮੌਸਮ ਵੀ ਇਹੋ ਜਿਹਾ ਚੱਲ ਰਿਹਾ ਆ, ਪਰ ਅਸੀਂ ਗਰਮੀ ਦਾ ਮੌਸਮ ਹੈ ਜੀ, ਹੁਣ ਗਰਮੀ ਦੇ ਵਿੱਚ ਜੀ, ਪਰ ਅਸੀਂ ਗੱਲਬਾਤ ਅੱਜ ਬਿਮਾਰੀਆਂ ਤੇ ਕਰ, ਸਾਡੇ ਕੋਲ ਮਾਹਰ ਵੀ ਅੱਜ ਬਿਮਾਰੀਆਂ ਦੇ ਆਏ ਹੋਏ ਨੇ, ਪਰ ਫਿਰ ਵੀ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ। ਮੈਂ ਦੱਸ ਦੇਣਾ ਜੀ, ਹਾਂ ਮੈਂ ਜ਼ਰੂਰ ਦੱਸਾਂਗਾ ਜੀ। ਤੁਹਾਨੂੰ ਪੱਤਾ ਲਪੇਟ ਸੁੰਡੀ ਦਾ ਹੱਲਾ ਜਿਹੜਾ ਹੋਣਾ ਸ਼ੁਰੂ ਹੋ ਜਾਣਾ ਹੁਣ, ਜਾਂ ਕਈ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਇਹਦਾ ਹੱਲਾ ਹੋਣਾ ਸ਼ੁਰੂ ਵੀ ਹੋ ਗਿਆ। ਬਿਲਕੁਲ ਜੀ, ਬਿਲਕੁਲ। ਕਿਸਾਨ ਵੀਰੋ, ਅਸੀਂ ਪੱਤਾ ਲਪੇਟ ਸੁੰਡੀ ਦੇ ਪ੍ਰਤੀ ਛਿੜਕਾਅ ਤਦ ਹੀ ਕਰਨਾ, ਅਸੀਂ ਇਹਦੇ ਲਈ ETL ਇਕਨੋਮਿਕ ਥ੍ਰੈਸ਼ਹੋਲਡ ਲੈਵਲ ਜਦੋਂ ਪਹੁੰਚੇ, ਉਹ ਮੇਰਾ ਕਹਿਣ ਦਾ ਭਾਵ ਹੈ ਜਦੋਂ ਅਸੀਂ ਖੇਤਾਂ ਦੇ ਵਿੱਚ ਜਾ ਕੇ ਪੱਤੇ ਗਿਣੀਏ ਦੇਖੀਏ ਤਾਂ ਜਦੋਂ ਕਰੀਬ 10% ਖੇਤਾਂ ਦੇ ਵਿੱਚ ਪੱਤੇ ਪ੍ਰਭਾਵਿਤ ਹੋਣ ਇਸ ਪੱਤਾ ਲਪੇਟ ਸੁੰਡੀ ਨਾਲ, ਤਾਂ ਅਸੀਂ ਛਿੜਕਾਅ ਕਰਨਾ। ਉਹ ਆਪਾਂ ਛਿੜਕਾਅ ਕਿਹੜੇ ਕਰਨੇ ਆ, ਉਹ ਮੇਰੇ ਕਿਸਾਨ ਵੀਰ ਨੋਟ ਕਰ ਸਕਦੇ ਆ। ਕਲੋਰੋਫਿਰੀਫਾਸ ਜਿਹਨੂੰ ਅਸੀਂ ਡਰਮੇਟ ਜਾਂ ਫੋਰਸ ਕਹਿੰਦੇ ਆ ਜੀ, 1 ਲੀਟਰ 100 ਲੀਟਰ ਪਾਣੀ ਦੇ ਵਿੱਚ ਪਾ ਕੇ, ਜਾਂ ਅਸੀਂ 170 ਗ੍ਰਾਮ ਮੋਰਟਰ ਵੀ ਸਪਰੇਅ ਕਰ ਸਕਦੇ ਆ ਜੀ 100 ਲੀਟਰ ਪਾਣੀ ਵਿੱਚ ਪਾ ਕੇ, ਜਾਂ ਅਸੀਂ 350 ml ਸੂਟਾਥਿਓਨ ਤੇ ਜਾਂ 560 ml ਅਸੀਂ ਕਰ ਸਕਦੇ ਹਾਂ, ਹਾਂਜੀ, ਮੋਨੋਕ੍ਰੋਟੋਫਾਸ ਜੀ। ਬਹੁਤ ਵਧੀਆ ਗੱਲ ਹੈ। ਇਹਨਾਂ ਦਾ ਅਸੀਂ ਛਿੜਕਾਅ ਕਰ ਸਕਦੇ ਹਾਂ, ਤੇ ਜੇ ਫੇਰ ਸਾਨੂੰ ਦੁਬਾਰਾ ਮਹਿਸੂਸ ਹੋਵੇ ਕਿ ਉਨੇ ਕੁ ਪੱਤੇ ਫੇਰ ਆ ਰਹੇ ਆ ਤਾਂ ਅਸੀਂ ਇਹਦਾ ਵੀ ਛਿੜਕਾਅ ਦਾ ਫੇਰ ਦੁਬਾਰਾ ਦੁਹਰਾ ਵੀ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਡਾਕਟਰ ਸਾਹਿਬ 3-4 ਦਵਾਈਆਂ ਸਾਡੇ ਕੋਲ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਬਦਲ ਕੇ ਕਰ ਸਕਦੇ ਹਾਂ। ਜੇ ਸਾਡੇ ਖੇਤਾਂ ਦੇ ਵਿੱਚ ਸਾਨੂੰ ਪੱਤਾ ਲਪੇਟ ਸੁੰਡੀ ਦਾ ਹਮਲਾ 10% ਤੋਂ ਵੱਧ ਨਜ਼ਰ ਆਉਂਦਾ ਤਾਂ ਅਸੀਂ ਕਰ ਸਕਦੇ ਹਾਂ, ਨਹੀਂ ਤਾਂ ਲੋੜ ਨਹੀਂ ਹੈ, ਕਿਉਂਕਿ ਨੁਕਸਾਨ ਕਰਨ ਦੀ ਹੱਦ ਆ ਜਿਹੜੀ ਉਹ ਅਜੇ ਸਾਡੀ ਪਾਰ ਨਹੀਂ ਕੀਤੀ। ਜੇ ਅਸੀਂ ਵੈਸੇ ਦਵਾਈ ਕਰਾਂਗੇ ਤਾਂ ਸਾਡਾ ਪੈਸਿਆਂ ਦੇ ਵਿੱਚ ਵੱਧ ਨੁਕਸਾਨ ਹੋ ਸਕਦਾ ਹੈ। ਕੋਈ ਵੀ ਦਵਾਈ ਹੈ ਜਿਹੜੀ, ਡਾਕਟਰ ਸਾਹਿਬ ਆਪਾਂ ਇੱਥੇ ਇਹ ਵੀ ਕਿਸਾਨ ਵੀਰਾਂ ਨੂੰ ਦੱਸ ਦਈਏ ਕਿ ਦਵਾਈ ਪਹਿਲਾਂ ਜੇ ਅਸੀਂ ਸਪਰੇਅ ਕਰਤੀ ਉਹਨੇ ਰੋਕਣਾ ਨਹੀਂ ਆਉਣ ਤੋਂ। ਜੇ ਆਈ ਹੋਈ ਬਿਮਾਰੀ ਆ ਜਾਂ ਕੀੜਾ ਆ ਤਾਂ ਅਸੀਂ ਕਰੀਏ ਤਾਂ ਮੇਰਾ ਖਿਆਲ ਆ ਫਾਇਦਾ ਹੋਊਗਾ, ਕਿਉਂਕਿ ਆਪਾਂ ਇਹ ਦੇਖਣਾ ਕਿ ਉਸ ਦਾ ਆਪਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ। ਦੱਸੋ, ਕਈ ਵਾਰੀ ਕਿਸਾਨ ਵੀਰ ਨਾ ਕੀ ਕਰਦੇ ਆ ਵੀ ਪਹਿਲਾਂ ਹੀ ਕਰਦੀ ਵੀ ਆਵੇ ਨਾ, ਉਹ ਗਲਤ ਹੈ ਜੀ। ਇਹ ਕੋਈ ਹੈ ਧਾਰਨਾ ਇਹੋ ਜਿਹੀ? ਦੱਸੋ। ਉਹ ਆਪਣੀ ਬਿਲਕੁਲ ਧਾਰਨਾ ਗਲਤ ਹੈ। ਕਿਸਾਨ ਵੀਰ ਜਦੋਂ ਪਹਿਲਾਂ ਹੀ ਛਿੜਕਾਅ ਕਰਨਾ ਸ਼ੁਰੂ ਕਰਦੇ ਆ ਜਾਂ ਪਹਿਲਾਂ ਹੀ ਦਵਾਈਆਂ ਪਾਣੀਆਂ ਸ਼ੁਰੂ ਕਰਦੇ ਆ, ਉਹ ਮੇਰੀ ਸਮਝ ਦੇ ਵਿੱਚ ਪੂਰੀ ਵੇਸਟੇਜ ਹੈ। ਬਿਲਕੁਲ। ਸੋ ਕਿਸਾਨ ਵੀਰਾਂ ਨੂੰ ਆਪਣੀ ਖੇਤੀ ਖਰਚ ਨੂੰ ਘਟਾਉਣਾ ਚਾਹੀਦਾ। ਸੋ ਸਾਡਾ ਤਦੇ ਹੀ ਲਾਹਾ ਲੈ ਸਕਦੇ ਆ ਜੇ ਅਸੀਂ ਉਹਨਾਂ ਨੂੰ ਇਸ ਪੱਖੋਂ ਚੰਗੀ ਤਰ੍ਹਾਂ ਐਜੂਕੇਟ ਕਰੀਏ। ਬਿਲਕੁਲ ਜੀ, ਬਿਲਕੁਲ। ਕਿਸਾਨ ਵੀਰੋ ਦੇਖੋ, ਹੁਣ ਕਿਸਾਨ ਮੇਲੇ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੀ, ਸਾਡੇ ਖੇਤੀਬਾੜੀ ਵਿਭਾਗ ਪੰਜਾਬ ਦੇ ਵੀ ਕਿਸਾਨ ਮੇਲੇ ਆ ਜਿਹੜੇ ਜ਼ਿਲ੍ਹਾ ਪੱਧਰ ਤੇ ਲੱਗਣੇ ਸ਼ੁਰੂ ਹੋ ਜਾਣੇ ਆ। ਭਰਪੂਰ ਜਾਣਕਾਰੀ ਉੱਥੋਂ ਮਿਲਦੀ ਆ, ਵੱਧ ਚੜ ਕੇ ਹਿੱਸਾ ਇਹਨਾਂ ਦੇ ਵਿੱਚ ਲਿਆ ਕਰੋ। ਰਸਮ ਝੂਠੀ ਕਾਂਗੈਰੀ ਦੀ ਜੇ ਅਸੀਂ ਗੱਲ ਕਰੀਏ, ਝੂਠੀ ਕਾਂਗੈਰੀ ਇਸ ਤਰ੍ਹਾਂ ਕਿਹਨਾਂ ਹਾਲਤਾਂ ਦੇ ਵਿੱਚ ਇਹ ਲੱਗਦੀ ਹੈ? ਹਾਂਜੀ, ਥੋੜਾ ਜਿਹਾ ਇਹ ਜ਼ਰੂਰ ਦੱਸੋ। ਇਹ ਖਾਸ ਤੌਰ ਤੇ ਜਦੋਂ ਫਸਲ ਫੁੱਲਾਂ ਤੇ ਹੁੰਦੀ ਹੈ ਚੌਹਾਨ ਸਾਹਿਬ, ਉਦੋਂ ਇਸ ਬਿਮਾਰੀ ਨੇ ਹੱਲਾ ਕਰਨਾ ਜੀ। ਤੇ ਉਦੋਂ ਸਾਨੂੰ ਵਾਤਾਵਰਣ ਦੇ ਵਿੱਚ ਕਿਹੋ ਜਿਹੀਆਂ ਵਾਤਾਵਰਣ ਸਾਨੂੰ ਚਾਹੀਦਾ ਜਿਹਦੇ ਵਿੱਚ ਇਹ ਹਮਲਾ ਕਰ ਸਕਦੀ ਹੈ, ਕਿਉਂਕਿ ਉਦੋਂ ਬੱਦਲਵਾਹੀ ਹੋਵੇ ਔਰ ਵਾਤਾਵਰਣ ਦੇ ਵਿੱਚ ਨਮੀ ਦੀ ਮਾਤਰਾ ਵੀ ਜ਼ਿਆਦਾ ਹੋਵੇ, ਔਰ ਜੇ ਰੁਕ ਕੇ ਬਾਰਿਸ਼ ਹੁੰਦੀ ਹੈ ਤਾਂ ਸਮਝ ਲਓ ਕਿ ਤੁਹਾਡੇ ਖੇਤਾਂ ਵਿੱਚ, ਖਾਸ ਤੌਰ ਤੇ ਉਹਨਾਂ ਖੇਤਾਂ ਵਿੱਚ ਜਿਨ੍ਹਾਂ ਵਿੱਚ ਪਿਛਲੇ ਸਾਲ ਇਸ ਬਿਮਾਰੀ ਦਾ ਹਮਲਾ ਹੋਇਆ ਸੀ, ਉਸੇ ਖੇਤਾਂ ਦੇ ਵਿੱਚ, ਉਹਨਾਂ ਖੇਤਾਂ ਵਿੱਚ ਇਸ ਬਿਮਾਰੀ ਦੇ ਹੋਣ ਦਾ ਕਾਫੀ ਖਦਸ਼ਾ ਹੋ ਜਾਂਦਾ ਹੈ। ਸੋ ਸਾਨੂੰ ਇਹਦੇ ਲਈ ਪੂਰਾ ਖਿਆਲ ਰੱਖਣਾ ਪਏਗਾ। ਸਾਨੂੰ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਲੇਖਾ ਜੋਖਾ ਵੀ ਰੱਖਣਾ ਚਾਹੀਦਾ ਕਿ ਸਾਨੂੰ ਕਿਹੜੇ ਖੇਤ ਦੇ ਵਿੱਚ ਪਿਛਲੇ ਸਾਲ ਬਿਮਾਰੀ ਆਈ ਸੀ ਜੀ, ਕਿਉਂਕਿ ਤਦੇ ਹੀ ਆਪਾਂ ਉੱਥੇ ਚੰਗੀ ਤਰ੍ਹਾਂ ਉਪਰਾਲੇ ਕਰ ਸਕਦੇ ਹਾਂ। ਬਿਲਕੁਲ ਦੱਸੋ, ਇਹ ਤਾਂ ਗੱਲ ਹੈਗੀ ਹੈ। ਹਾਂ, ਕਿਉਂਕਿ ਸਾਨੂੰ ਇਹਦੇ ਲਈ ਥੋੜਾ ਜਿਹਾ ਉਪਰਾਲਾ ਪਹਿਲਾਂ ਹੀ ਕਰਨਾ ਪਏਗਾ ਕਿ ਜਿਹੜੇ ਖੇਤਾਂ ਵਿੱਚ ਬਿਮਾਰੀ ਆਈ ਆ, ਇਹਦਾ ਮਤਲਬ ਸਾਨੂੰ ਖਦਸ਼ਾ ਹੋ ਸਕਦਾ ਜੇ ਇਦਾਂ ਦੀਆਂ ਕੰਡੀਸ਼ਨਸ ਵਾਤਾਵਰਣ ਦੇ ਵਿੱਚ ਬਣੀਆਂ ਰਹੀਆਂ ਜੀ, ਤਾਂ ਉੱਥੇ ਅਸੀਂ ਕੀ ਕਰਨਾ? ਉੱਥੇ ਸਾਨੂੰ ਕਰਨਾ ਕਿ ਜਦੋਂ ਫਸਲ ਗੋਭ ਦੇ ਵਿੱਚ ਹੋਵੇ, ਇੱਕ ਛਿੜਕਾਅ ਅਸੀਂ ਕਰਨਾ ਕੋਸਾਈਡ
46 ਜਸ ਡੀਐਫ। ਸਾਹਿਬ, ਆਪਾਂ ਛਿੜਕਾ ਦੱਸਣ ਤੋਂ ਪਹਿਲਾਂ ਥੋੜਾ ਨਿਸ਼ਾਨੀਆਂ ਜ਼ਰੂਰ ਦੱਸੋ ਇਹ ਹਾਂ, ਬਿਮਾਰੀ ਦੀਆਂ। ਨਿਸ਼ਾਨੀਆਂ ਇਸ ਤਰ੍ਹਾਂ ਕਿ ਇਸ ਪਤਾ ਲੱਗ ਜਾਏ ਬਿਮਾਰੀ ਦੇ ਕਿਸਾਨ ਨਾਲ ਵੀਰਾਂ ਨੂੰ ਵੀ ਬਿਲਕੁਲ ਕੀ ਠੀਕ ਹੁੰਦੀ ਹੈ। ਹਾਂਜੀ ਚੌਹਾਨ ਸਾਹਿਬ, ਤੁਸੀਂ ਮੈਨੂੰ ਯਾਦ ਕਰਵਾਤਾ, ਬਹੁਤ ਅੱਛਾ ਕੀਤਾ ਕਿ ਇਹ ਬਿਮਾਰੀ ਆਮ ਤੌਰ ਦੇ ਵਿੱਚ ਲੋਕਾਂ ਦੇ ਵਿੱਚ ਜਾਂ ਕਿਸਾਨ ਵੀਰਾਂ ਦੇ ਵਿੱਚ ਹਲਦੀ ਰੋਗ ਨਾਲ ਜ਼ਿਆਦਾ ਪ੍ਰਚਲਿਤ। ਬਿਲਕੁਲ, ਦਾਣਿਆਂ ਦੇ ਵਿੱਚ ਦਾਣਿਆਂ ਦੇ ਵਿੱਚ ਡੋਡੀਆਂ ਬਣ ਜਾਂਦੀਆਂ, ਦਾਣੇ ਨਹੀਂ ਬਣਦੇ। ਬਿਲਕੁਲ ਜੀ, ਇਹ ਔਰ ਹੁਣ ਉਹਦੇ ਹੁਣ ਵਿੱਚ ਕਿਸਾਨ ਵੀਰ ਸਮਝ ਗਏ ਹਲਦੀ ਨੁਮਾ ਔਰ ਹੱਥ ਨੂੰ ਉਹ ਪੀਲਾ ਪੀਲਾ ਪਾਊਡਰ ਤੁਹਾਡੇ ਹੱਥਾਂ ਨੂੰ ਵੀ ਲੱਗ ਜਾਂਦਾ ਜੇ ਅਸੀਂ ਟੱਚ ਕਰਾਂਗੇ। ਜੀ। ਸੋ ਇਹ ਖਾਸ ਨਿਸ਼ਾਨੀਆਂ ਹੈ ਇਸ ਜੀ। ਔਰ ਇੰਜ ਜਾਪਦਾ ਵੀ ਬਹੁਤ ਭਾਰੀ ਮਾਤਰਾ ਦੇ ਵਿੱਚ ਇਹ ਖੇਤ ਦੇ ਵਿੱਚ ਆ ਗਈ ਹੈ। ਦੱਸ ਸਾਹਿਬ, ਵੀ ਕਣਕ ਤੇ ਤਾਂ ਆਉਂਦਾ ਹੀ ਸੀ, ਤੇ ਇਹ ਕੀ ਗੱਲ ਝੋਨੇ ਦੇ ਉੱਤੇ ਪੱਤਿਆਂ ਤੇ ਵੀ ਆ ਜਾਂਦਾ ਇਹ? ਨਹੀਂ, ਇਹ ਪੱਤਿਆਂ ਤੇ ਪਤਾ ਲੱਗਦਾ ਇਹ ਪੱਤਿਆਂ ਨਹੀਂ, ਪੱਤਿਆਂ ਤੇ ਨਹੀਂ ਆਂਦੀ ਇਹ। ਪੱਤਿਆਂ ਤੇ ਪਾਊਡਰ ਉਦਾਂ ਖਿਲਰ ਜ਼ਰੂਰ ਜਾ ਸਕਦਾ ਜੀ ਜੀ, ਲੇਕਿਨ ਇਹ ਦਾਣਿਆਂ ਦੇ ਉੱਤੇ ਹੀ ਘਟੋਲੀਆਂ ਬਣ ਜਾਂਦੀਆਂ। ਜੀ ਜੀ। ਸੋ ਇਹ ਇਹਦੀਆਂ ਮੁੱਖ ਨਿਸ਼ਾਨੀਆਂ ਬੜੀ ਮਾਰ ਚੱਲੀ ਹੈ ਜੀ ਸਾਡੇ ਕਿਸਾਨ ਵੀਰਾਂ ਨੇ ਪਿਛਲੇ ਸਾਲਾਂ ਦੇ ਦੌਰਾਨ ਇਸ ਬਿਮਾਰੀ ਦੇ ਨਾਲ। ਹਾਂਜੀ, ਸੋ ਇਸ ਕਰਕੇ ਕਿਸਾਨ ਵੀਰੋ ਸਾਨੂੰ ਚਾਹੀਦਾ ਹੈ ਕਿ ਥੋੜਾ ਜਿਹਾ ਲੇਖਾ ਜੋਖਾ ਅਸੀਂ ਖੇਤਾਂ ਦਾ ਜ਼ਰੂਰ ਰੱਖਿਆ ਕਰੀਏ। ਔਰ ਖਾਸ ਤੌਰ ਤੇ ਜਦੋਂ ਇਹ ਜਿਹਾ ਵਾਤਾਵਰਨ ਹੋ ਜਾਂਦਾ ਜਿਹਦਾ ਮੈਂ ਹੁਣ ਜ਼ਿਕਰ ਕਰਕੇ ਹਟਿਆ, ਤਾਂ ਉਹਨਾਂ ਖੇਤਾਂ ਵਿੱਚ ਇਹਦਾ ਖਦਸ਼ਾ ਜ਼ਿਆਦਾ ਵੱਧਦਾ। ਸੋ ਉੱਥੇ ਸਾਨੂੰ ਪਹਿਲਾਂ ਹੀ ਸੁਚੇਤ ਹੋਣਾ ਪਏਗਾ। ਸੋ ਉਹਦੇ ਲਈ ਕੀ ਕਰਨਾ ਕਿ ਇੱਕ ਪਹਿਲਾ ਛਿੜਕਾ ਜਦੋਂ ਮੁੰਜਰਾ ਗੋਭ ਦੇ ਵਿੱਚ ਹੋਣ, ਹੋਰ 10-15 ਦਿਨਾਂ ਤੱਕ ਇਹ ਸਿਚੁਏਸ਼ਨ ਆ ਜਾਣੀ ਹੈ, ਤੇ ਉੱਥੇ ਅਸੀਂ ਪਹਿਲਾ ਛਿੜਕਾ ਕਰ ਸਕਦੇ ਹਾਂ ਕੋਸਾਈਡ 500 ਗ੍ਰਾਮ, ਜਾਂ ਅਸੀਂ ਇਹਦੀ ਬਜਾਏ ਕੋਸਾਈਡ ਦੀ ਬਜਾਏ ਜਾਂ ਅਸੀਂ ਲੈ ਸਕਦੇ ਹਾਂ ਬਲਾਈਟੌਕਸ ਜੀ, ਉਹ ਵੀ 500 ਗ੍ਰਾਮ ਹੀ ਲੈਣੀ ਹੈ। ਦੋਨਾਂ ਚੋਂ ਕੋਈ ਲੈ ਲਓ, ਇੱਕ ਲੈਣੀ ਹੈ। ਔਰ 200 ਲੀਟਰ ਪਾਣੀ ਦੇ ਵਿੱਚ ਉਹਦਾ ਚੰਗੀ ਤਰ੍ਹਾਂ ਘੋਲ ਬਣਾ ਕੇ ਅਸੀਂ ਇੱਕ ਛਿੜਕਾ ਕਰ ਦੇਣਾ ਜੀ। ਔਰ ਇੱਥੇ ਹੀ ਬਸ ਨਹੀਂ ਚੌਹਾਨ ਸਾਹਿਬ, ਸਾਨੂੰ ਇੱਕ ਛਿੜਕਾ ਹੋਰ ਕਰਨਾ ਪਏਗਾ। ਉਹ ਕਰੀਬ 10 ਕੁ ਦਿਨ ਦੇ ਵਕਫੇ ਦੇ ਉੱਤੇ ਅਸੀਂ ਇੱਕ ਛਿੜਕਾ ਹੋਰ ਕਰਨਾ, ਉਹ ਕਰਨਾ ਅਸੀਂ ਟਿਲਟ ਦਾ। ਜੀ, ਜਦੋਂ ਅਸੀਂ 2 ਛਿੜਕਾ ਕਰ ਸਕਦੇ ਹਾਂ ਤਾਂ ਅਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਜੀ, ਬਹੁਤ ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਹਾਂਜੀ, ਕਿਸਾਨ ਵੀਰੋ, ਦੇਖੋ ਟਿਲਟ ਤੁਸੀਂ ਪਿਛਲੇ ਸਾਲਾਂ ਦੇ ਦੌਰਾਨ ਵੀ ਕਣਕ ਦੇ ਉੱਤੇ ਵੀ ਕੀਤੀ ਹੈ ਤੇ ਝੋਨੇ ਦੇ ਉੱਤੇ ਵੀ ਕੀਤੀ ਹੈ। ਤੁਹਾਨੂੰ ਬਿਲਕੁਲ ਦਵਾਈ ਦੇ ਬਾਰੇ ਜਾਣਕਾਰੀ ਹੈ, ਤੁਸੀਂ ਇਹਦਾ ਛਿੜਕਾਅ ਜਿਹੜਾ ਡਾਕਟਰ ਸਾਹਿਬ ਦੇ ਦੱਸੇ ਅਨੁਸਾਰ ਜ਼ਰੂਰ ਕਰੋ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੇ ਉੱਤੇ ਇਹੋ ਜਿਹੀ ਮਾਰ ਤੋਂ ਅਸੀਂ ਬਚ ਸਕੀਏ। ਹਾਂਜੀ। ਡਾਕਟਰ ਸਾਹਿਬ, ਝੋਨੇ ਦੀਆਂ ਬਾਕੀ ਬਿਮਾਰੀਆਂ ਡਿਸਕਸ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਆਪਾਂ ਥੋੜਾ ਜਿਹਾ ਬਾਸਮਤੀ ਬਾਰੇ ਜ਼ਰੂਰ ਗੱਲ ਕਰੀਏ। ਹਾਂਜੀ ਚੌਹਾਨ ਸਾਹਿਬ, ਬਾਸਮਤੀ ਪੰਜਾਬ ਦੇ ਵਿੱਚ ਇਸ ਵਾਰ ਬਹੁਤ ਜ਼ਿਆਦਾ ਰਕਬਾ ਲੱਗਿਆ, ਕਾਫੀ ਰਕਬਾ ਲੱਗਿਆ ਜੀ। 1509 ਤੇ 1121 ਦੇ ਵਿੱਚ ਤੀਲੇ ਜੇ ਨਿਕਲਣੇ ਸ਼ੁਰੂ ਹੋ ਗਿਆ। ਆਮ ਤੌਰ ਤੇ ਕਿਸਾਨ ਵੀਰ ਨਾ ਖੇਤਾਂ ਦੇ ਵਿੱਚ ਬੂਟੇ ਪੱਟ ਕੇ ਸਾਡੇ ਦਫ਼ਤਰਾਂ ਦੇ ਵਿੱਚ ਲੈ ਕੇ ਆਉਂਦੇ ਆ, ਖੇਤੀਬਾੜੀ ਦੇ ਵਿੱਚ। ਕੀ ਹੋ ਗਿਆ ਇਹਦੇ ਬਾਰੇ ਥੋੜਾ ਵਿਸਥਾਰ ਨਾਲ? ਬਿਲਕੁਲ ਠੀਕ ਹੈ ਜੀ, ਮੈਨੂੰ ਵੀ ਬੜੇ ਫੋਨ ਕਾਲ ਆਉਂਦੇ ਰਹਿੰਦੇ ਆ ਕਿ ਇਸ ਬਿਮਾਰੀ ਨੂੰ, ਇਹ ਕਿਸਾਨ ਵੀਰ ਆਮ ਤੌਰ ਤੇ ਇਸ ਬਿਮਾਰੀ ਨੂੰ ਚੌਹਾਨ ਸਾਹਿਬ ਝੰਡਾ ਰੋਗ ਕਹਿੰਦੇ ਆ ਜੀ। ਉਹ ਝੰਡਾ ਰੋਗ ਇਸ ਤਰ੍ਹਾਂ ਵਾ ਕਿਉਂਕਿ ਇਸ ਬਿਮਾਰੀ ਦੇ ਨਾਲ ਬੂਟੇ ਉੱਚੇ ਲੰਮੇ ਹੋ ਜਾਂਦੇ ਆ ਜੀ। ਔਰ ਇਹ ਉੱਲੀ ਦਾ ਰੋਗ ਆ, ਔਰ ਉੱਲੀ ਦੇ ਵਿੱਚੋਂ ਹਾਰਮੋਨ ਨਿਕਲਦੇ ਆ, ਤੇ ਉਹ ਜਦੋਂ ਬੂਟਾ ਹਾਰਮੋਨ ਲੈਂਦਾ ਉਹਦੇ ਨਾਲ ਬੂਟੇ ਦੀ ਗਰੋਥ ਵੱਧ ਜਾਂਦੀ ਹੈ। ਔਰ ਅਜਿਹੇ ਜਿਹੜੇ ਤੀਲੇ ਜੇ ਆਪਾਂ ਵੀ ਕਹਿ ਸਕਦੇ ਹਾਂ, ਜਾਂ ਝੰਡਾ ਰੋਗ ਉੱਚੇ ਲੰਮੇ ਹੋ ਗਏ ਬੂਟੇ ਜੀ, ਇਹ ਆਮ ਤੌਰ ਤੇ ਪੀਲੇ ਰਹਿਣਗੇ ਔਰ ਇਹਨਾਂ ਨੂੰ ਮੁੰਜਰਾ ਨਹੀਂ ਪੈਣਗੇ ਜੀ। ਬੜਾ ਨੁਕਸਾਨ ਹੋਇਆ ਐਤਕੀ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ, ਕਿਉਂਕਿ ਕਿਸਾਨ ਵੀਰਾਂ ਨੇ 1509 ਕਾਫੀ ਪਹਿਲਾਂ ਵੀ ਲਾਈ ਹੋਈ ਹੈ ਜੀ। ਔਰ ਇਹਦੇ ਵਿੱਚ ਔਰ ਇੱਕ ਝੋਨੇ ਦੇ ਵਿੱਚ ਵੀ ਇੱਕ ਮੈਂ ਕਿਸਾਨ ਵੀਰਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਜਿੰਨੀ ਨਾਈਟ੍ਰੋਜਨ ਖਾਦ ਦੀ ਆਪਾਂ ਜ਼ਿਆਦਾ ਵਰਤੋਂ ਕਰਾਂਗੇ, ਉਨਾ ਹੀ ਆਪਾਂ ਖੇਤਾਂ ਦੇ ਵਿੱਚ ਇਨਵੀਟੇਸ਼ਨ ਦੇਾਂਗੇ ਇਹਨਾਂ ਬਿਮਾਰੀਆਂ ਨੂੰ। ਬਿਲਕੁਲ ਕਿਸਾਨ ਵੀਰੋ, ਦੇਖੋ ਬਿਮਾਰੀਆਂ ਨੂੰ ਸੱਦਾ ਹੈ, ਵੱਧ ਯੂਰੀਆ ਖੇਤ ਦੇ ਵਿੱਚ ਵੱਧ ਯੂਰੀਆ ਪਾਵਾਂਗੇ ਤਾਂ ਬਿਮਾਰੀਆਂ ਨੂੰ ਆਪਾਂ ਸੱਦਾ ਦੇਵਾਂਗੇ। ਔਰ ਜਿਹੜੀ ਤੁਸੀਂ ਇਹਦੀ ਹੁਣ ਝੰਡਾ ਰੋਗ ਦੀ ਗੱਲ ਕੀਤੀ ਹੈ, ਬਿਲਕੁਲ ਦੱਸੋ ਹੁਣ ਇਹਦੀ ਰੋਕਥਾਮ ਜ਼ਰੂਰ ਦੱਸ ਦਿਓ। ਮੈਂ ਇਹ ਦੱਸ ਦਵਾਂ ਜੀ, ਮੈਂ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਗੱਲ ਦੱਸਣੀ ਚਾਹਾਂਗੇ, ਇਹ ਬੀਜ ਰਾਹੀਂ ਜਾਂਦਾ ਪਹਿਲੀ ਗੱਲ ਜੀ। ਸੋ ਕਿਸਾਨ ਵੀਰੋ ਦੇਖ ਲਓ ਕਿ ਬੀਜ ਸੋਧ ਦੀ ਬੜੀ ਮਹੱਤਤਾ, ਕਿ ਜੇ ਆਪਾਂ ਬੀਜ ਸੋਧ ਕਰਦੇ ਹਾਂ ਤਾਂ ਜਿਹੜੀਆਂ ਬੀਜ ਰਾਹੀਂ ਬਿਮਾਰੀਆਂ ਜਾਂਦੀਆਂ ਉਹਨਾਂ ਨੂੰ ਬੀਜ ਦੀ ਸੋਧ ਕਰਕੇ ਹੀ ਠੱਲ ਪਾ ਸਕਦੇ ਹਾਂ। ਤਾਂ ਸਭ ਕਈ ਕਿਸਾਨ ਵੀਰ ਕਹਿੰਦੇ ਅਸੀਂ ਬੀਜ ਸੋਧ ਲਿਆ, ਅਸੀਂ ਪਨੀਰੀ ਵੀ ਸੋਧਣੀ ਹੈ ਫਿਰ ਅਸੀਂ ਬਾਅਦ ਹਾਂਜੀ ਹਾਂਜੀ ਹਾਂਜੀ, ਇਹਦੇ ਵਿੱਚ ਪਹਿਲਾਂ ਅਸੀਂ ਬੀਜ ਦੀ ਸੋਧ ਕਰਨੀ ਹੈ। ਉਹ ਮੈਂ ਕਿਸਾਨ ਵੀਰਾਂ ਨੂੰ ਦੱਸਦੇ ਹਾਂ ਕਿ ਅਸੀਂ ਕਾਹਦੇ ਨਾਲ ਕਰਦੇ ਹਾਂ। 20 ਗ੍ਰਾਮ ਬਵਿਸਟਨ ਤੇ 1 ਗ੍ਰਾਮ ਸਟੈਪਟੋਸਾਈਕਲਿਨ 10 ਲੀਟਰ ਆਪਣੇ ਕੋਲੇ ਟਾਈਮ ਥੋੜਾ ਹੈ, ਮੈਂ ਚਾਹੁੰਦਾ ਤੁਸੀਂ ਚਲੋ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਹੈ ਠੀਕ ਹੈ, ਇਹਦੇ ਵਿੱਚ ਪਨੀਰੀ ਦੀ ਸੋਧ ਵੀ ਆਪਾਂ ਕਰਦੇ ਹਾਂ ਬਵਿਸਟਨ ਦੇ ਘੋਲ ਦੇ ਵਿੱਚ। ਔਰ ਹੁਣ ਆਪਾਂ ਕੀ ਕਰ ਸਕਦੇ ਹਾਂ ਜੀ? ਬਿਲਕੁਲ, ਖਾਸ ਤੌਰ ਤੇ ਹੁਣ ਆਪਾਂ ਕਰਨਾ, ਕਿਉਂਕਿ ਮੈਂ ਬੀਜ ਦੀ ਗੱਲ ਕੀਤੀ ਹੈ ਕਿ ਬੀਜ ਰਾਹੀਂ ਜਾਂਦੀ ਹੈ ਜੀ। ਜਦੋਂ ਗੋਭ ਦੇ ਵਿੱਚ ਮੁੰਜਰਾ ਆਣ ਤਾਂ ਕਿਉਂ ਨਾ ਆਪਾਂ ਉਹ ਬੀਜ ਹੀ ਪੈਦਾ ਕਰੀਏ ਜਿਹਦੇ ਵਿੱਚ ਇਹ ਬਿਮਾਰੀ ਜਾਵੇ ਹੀ ਨਾ ਜੀ, ਕਿਉਂਕਿ ਹਵਾ ਦੇ ਨਾਲ ਇਸ ਬਿਮਾਰੀ ਦੇ ਕਣਾਂ ਨੇ ਬੀਜ 'ਚ ਵੜ ਜਾਣਾ ਜੀ, ਤੇ ਅਗਲੇ ਸਾਲ ਸਾਡੇ ਲਈ ਫਿਰ ਸਮੱਸਿਆ ਜੀ। ਸੋ ਕਿਸਾਨ ਵੀਰਾਂ ਨੂੰ ਮੇਰੀ ਹਦਾਇਤ ਹੈ ਕਿ ਜਦੋਂ ਮੁੰਜਰਾ ਗੋਭ ਦੇ ਵਿੱਚ ਆਂਦੀਆਂ ਉਦੋਂ ਇੱਕ ਛਿੜਕਾ ਕਰੋ ਟਿਲਟ ਦਾ। ਫੇਰ 200 ਮਿਲੀਲੀਟਰ 200 ਲੀਟਰ ਪਾਣੀ ਦੇ ਵਿੱਚ ਅਗਰ ਛਿੜਕਾ ਕਰਦੇ ਆ ਤਾਂ ਅਸੀਂ ਉਸ ਖੇਤ ਦੇ ਵਿੱਚੋਂ ਇੱਕ ਛਿੜਕਾ ਅਸੀਂ ਹੋਰ ਕਰ ਦਿੰਦੇ ਹਾਂ, ਕਿਉਂਕਿ
ਸ਼ੀਥ ਬਲਾਈਟ ਕਹਿਣ ਵੀ ਦਾ ਨਾਲ ਭਾਵ ਹੈ। ਘਬਰਾਉਣ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ। ਜਦੋਂ ਅਜੇ ਮੁੰਜਰਾਂ ਦੇ ਵਿੱਚ ਆਊਗੀ ਜੀਰੀ ਉਦੋਂ ਅਸੀਂ ਛਿੜਕਾ ਕਰ ਬਿਲਕੁਲ ਉਦੋਂ ਅਸੀਂ ਛਿੜਕਾ ਟਿਲਟ ਦਾ ਕਰ ਸਕਦੇ ਹਾਂ, ਫਿਰ ਫਿਰ ਅਸੀਂ ਇੱਕ ਛਿੜਕਾ ਫਿਰ ਦੁਬਾਰਾ ਕਰ ਫਿਰ ਅਸੀਂ ਉਹਨਾਂ ਖੇਤਾਂ ਦੇ ਵਿੱਚੋਂ ਜਿਹੜੀ ਅਸੀਂ ਬੀਜ ਰੱਖਾਂਗੇ ਉਹ ਬੀਜ ਰਹਿਤ ਹੋਏ। ਇੱਥੇ ਕਿਸਾਨ ਵੀਰ ਨਾਲ ਬਹੁਤ ਸਾਰਾ ਨਿਕਸੋਕਾ ਜਿਹੜਾ ਖੇਤ ਦੇ ਵਿੱਚ ਪਾਈ ਜਾ ਰਿਹਾ, ਕੋਈ ਸੰਜੀਵਨੀ ਪਾਈ ਜਾ ਰਿਹਾ, ਕੀ ਇਹਨਾਂ ਦਾ ਅਸਰ ਹੋਊਗਾ? ਨਹੀਂ, ਬਿਲਕੁਲ ਨਹੀਂ, ਕਿਉਂਕਿ ਇਸ ਬਿਮਾਰੀ ਨੇ ਬੀਜ ਰਹੀਆਂ ਨਾ, ਉਹ ਬੀਜ ਤੋਂ ਹੀ ਜਿੰਨਾ ਬੀਜ ਇਨਫੈਕਟਡ ਹੈ ਬਿਮਾਰੀ ਵਾਲਾ ਉਸਨੇ ਹੀ ਉਹ ਬਿਮਾਰੀ ਪੈਦਾ ਕਰਨੀ ਹੈ। ਸੋ ਜਿਹੜੀ ਕਿਸਾਨ ਵੀਰ ਟ੍ਰਾਂਸਪਲਾਂਟਿੰਗ ਕਰਨ ਤੋਂ ਬਾਅਦ ਜਿਹੜੀ ਇਹ ਸੰਜੀਵਨੀ ਜਾਂ ਕੁਝ ਲੋਕ ਬਵਿਸਟਨ ਜਾਂ ਕੁਝ ਲੋਕ ਹੋਰ ਵੀ ਦਵਾਈਆਂ ਦਾ ਪ੍ਰਯੋਗ ਕਰਕੇ ਪਾਉਂਦੇ ਨੇ, ਉਹ ਗਲਤ ਹੈ। ਉਹਦਾ ਫਾਇਦਾ ਨਹੀਂ ਹੋਣਾ, ਖਰਚਾ ਜ਼ਿਆਦਾ ਹੋਏਗਾ, ਔਰ ਕਿਉਂਕਿ ਮਹੀਨਾ ਤੱਕ ਤਾਂ ਇਹ ਬਿਮਾਰੀ ਨੇ ਆਉਣਾ ਹੁੰਦਾ, ਉਸ ਤੋਂ ਬਾਅਦ ਇਹ ਆਪਣੇ ਆਪ ਥੋੜਾ ਠੱਲ ਪੈ ਜਾਂਦੀ ਹੈ। ਬਿਲਕੁਲ ਡਾਕਟਰ ਚੰਦਰਮੋਹਨ ਜੀ, ਸਾਡੇ ਕਿਸਾਨ ਵੀਰ ਨਾਲ ਪਹਿਲਾਂ ਜਿਵੇਂ ਅਸੀਂ ਕਹਿ ਲਈਏ ਕਾਲੀ ਅੱਗੇ ਟੋਏ ਵੀ ਉਹ ਜਲਦੀ ਤੋਂ ਜਲਦੀ ਹੈ ਜਿਹੜਾ ਝੋਨਾ ਬੀਜਣ ਦੀ ਕੋਸ਼ਿਸ਼ ਕਰਦੇ ਆ, ਪਨੀਰੀ ਬੀਜ ਨੂੰ ਨਹੀਂ ਸੋਧਦੇ, ਨਾ ਉਹ ਪਨੀਰੀ ਨੂੰ ਸੋਧਦੇ ਆ। ਸੋ ਇਹ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੋ ਗਿਆ। ਡਾਕਟਰ ਸਾਹਿਬ, ਅਸੀਂ ਤੁਹਾਡੇ ਤੋਂ ਮੈਂ ਕਿਸਾਨ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਲਿਆਂ ਦੀ ਇਨਫੋਰਮੇਸ਼ਨ